ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਮੀਡੀਵਲ ਹਿਸਟਰੀ ਦੀ ਇੱਕ ਨਵੀਂ ਕਲਾਸ ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਔਰੰਗਜ਼ੇਬ ਬਾਰੇ ਪੂਰੀ ਡਿਟੇਲ ਦੇ ਵਿੱਚ ਕਵਰ ਕਰਾਂਗੇ, ਤਾਂ ਵੀਡੀਓ ਨੂੰ ਲਾਸਟ ਤੱਕ ਦੇਖਿਓ। ਇੱਕ ਵੀ ਫੈਕਟ, ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੀਆਂ ਮੀਡੀਵਲ ਹਿਸਟਰੀ ਦੀਆਂ ਕਈ ਵੀਡੀਓ ਆਲਰੇਡੀ ਅਪਲੋਡ ਹੋ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ ਆਪਾਂ ਹਰ ਇੱਕ ਟੌਪਿਕ ਨੂੰ ਪੂਰੀ ਡਿਟੇਲ ਦੇ ਵਿੱਚ ਕਵਰ ਕੀਤਾ ਹੈ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਪੋਲਿਟੀ, ਮੀਡੀਵਲ ਹਿਸਟਰੀ, ਮਾਡਰਨ ਹਿਸਟਰੀ, ਜੋਗਰਾਫੀ, ਪੰਜਾਬ ਜੀਕੇ ਅਤੇ CDP ਇਹਨਾਂ ਦੀਆਂ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਔਰੰਗਜ਼ੇਬ ਬਾਰੇ ਇੱਕ ਇੱਕ ਫੈਕਟ ਕਲੀਅਰ ਕਰਾਂਗੇ, ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੀ ਪਹਿਲੀ ਸਲਾਈਡ ਤੋਂ। ਤਾਂ ਪਹਿਲੀ ਸਲਾਈਡ ਦੇ ਵਿੱਚ ਤੁਹਾਨੂੰ ਪਤਾ ਕਿ ਆਪਾਂ ਹਰ ਇੱਕ ਟੌਪਿਕ ਦਾ ਓਵਰਵਿਊ ਲੈਂਦੇ ਹਾਂ, ਤਾਂ ਸਲਾਈਡਸ ਦੇ ਵਿੱਚ ਆਪਾਂ ਹਰ ਇੱਕ ਟੌਪਿਕ ਦਾ ਓਵਰਵਿਊ ਹੀ ਲੈਂਦੇ ਹੁੰਦੇ ਹਾਂ ਅਤੇ ਐਂਡ ਦੇ ਉੱਤੇ ਆਪਾਂ MCQ ਜ਼ਰੂਰ ਕਵਰ ਕਰਦੇ ਹਾਂ, ਜਿਨ੍ਹਾਂ ਦੇ ਵਿੱਚ ਆਪਾਂ ਹਰ ਇੱਕ ਟੌਪਿਕ ਨੂੰ ਪੂਰੀ ਡਿਟੇਲ ਦੇ ਵਿੱਚ ਕਵਰ ਕਰਦੇ ਹਾਂ। ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਕਿਉਂਕਿ ਆਪਾਂ ਹਰ ਇੱਕ ਟੌਪਿਕ ਨੂੰ ਪੂਰੀ ਡਿਟੇਲ ਦੇ ਵਿੱਚ MCQ ਦੀ ਫਾਰਮ ਦੇ ਵਿੱਚ ਜ਼ਰੂਰ ਕਵਰ ਕਰਦੇ ਹਾਂ। ਠੀਕ ਹੈ ਜੀ, ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ। ਔਰੰਗਜ਼ੇਬ ਬਾਰੇ ਆਪਾਂ ਪੜ੍ਹਾਂਗੇ। ਔਰੰਗਜ਼ੇਬ ਬਾਰੇ ਤੁਹਾਨੂੰ ਇੱਕ ਇੱਕ ਫੈਕਟ ਪਤਾ ਹੋਣਾ ਚਾਹੀਦਾ, ਜਿੱਥੋਂ ਕੁਐਸਚਨ ਤੁਹਾਡਾ ਬਣਦਾ। ਠੀਕ ਹੈ ਜੀ, ਤਾਂ ਤੁਸੀਂ ਇੱਕ ਇੱਕ ਫੈਕਟ ਨੂੰ ਨੋਟ ਕਰਦੇ ਜਾਇਓ ਨਾਲ ਦੀ ਨਾਲ। ਸਭ ਤੋਂ ਪਹਿਲਾ ਜਿਹੜਾ ਪੁਆਇੰਟ ਹੈ ਉਹ ਹੈ ਔਰੰਗਜ਼ੇਬ ਦਾ ਤੁਹਾਨੂੰ ਓਰੀਜਨਲ ਨੇਮ ਪਤਾ ਹੋਣਾ ਚਾਹੀਦਾ। ਠੀਕ ਹੈ ਜੀ, ਓਰੀਜਨਲ ਨੇਮ ਮੈਂ ਤੁਹਾਨੂੰ ਹੋਰ ਜਿੰਨੇ ਵੀ ਆਪਾਂ ਮੁਗਲ ਐਂਪਰਰ ਕਰੇ ਨੇ ਉਹਨਾਂ ਸਾਰਿਆਂ ਦੇ ਮੈਂ ਤੁਹਾਨੂੰ ਓਰੀਜਨਲ ਨੇਮ ਕਰਵਾਏ ਨੇ। ਠੀਕ ਹੈ ਜੀ, ਉਹ ਤੁਸੀਂ ਸਾਰੇ ਨੋਟ ਕਰ ਲਿਓ। ਤਾਂ ਜੇ ਔਰੰਗਜ਼ੇਬ ਦਾ ਵੀ ਤੁਹਾਨੂੰ ਓਰੀਜਨਲ ਨੇਮ ਪੁੱਛਿਆ ਜਾਂਦਾ, ਇਹਦਾ ਜਿਹੜਾ ਓਰੀਜਨਲ ਨੇਮ ਹੈ ਉਹ ਹੈ ਮੁਹੀ ਅਲ ਦੀਨ ਮੁਹੰਮਦ। ਠੀਕ ਹੈ ਜੀ, ਮੁਹੀ ਅਲ ਦੀਨ ਮੁਹੰਮਦ ਇਹਦਾ ਓਰੀਜਨਲ ਨੇਮ ਹੈ। ਠੀਕ ਹੈ ਜੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਹੈ, ਕੁਐਸਚਨ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਅਗਲਾ ਜਿਹੜਾ ਹੈ ਤੁਹਾਨੂੰ ਟਾਈਟਲ ਜ਼ਰੂਰ ਪੁੱਛਿਆ ਜਾਊਗਾ ਇਹਦਾ, ਕਿਉਂਕਿ ਇਹਨੇ ਅਲੱਗ ਜਿਹਾ ਟਾਈਟਲ ਐਕਸੈਪਟ ਕੀਤਾ ਸੀ ਸਭ ਤੋਂ, ਆਲਮਗੀਰ ਦਾ। ਠੀਕ ਹੈ ਜੀ, ਆਲਮਗੀਰ ਦਾ ਟਾਈਟਲ ਇਹਨੇ ਐਕਸੈਪਟ ਕੀਤਾ ਸੀ। ਤਾਂ ਇਹ ਪੁੱਛਿਆ ਜਾਊਗਾ ਕਿ ਆਲਮਗੀਰ ਦਾ ਟਾਈਟਲ ਕਿਹੜੇ ਮੁਗਲ ਐਂਪਰਰ ਨੇ ਐਕਸੈਪਟ ਕੀਤਾ ਸੀ? ਉਹ ਕੀਤਾ ਸੀ ਔਰੰਗਜ਼ੇਬ ਨੇ। ਠੀਕ ਹੈ ਜੀ, ਤਾਂ ਇਹ ਤੁਹਾਨੂੰ ਸਿਰਲੇਖ ਬਾਰੇ ਪੁੱਛਿਆ ਜਾ ਸਕਦਾ ਹੈ। ਅਗਲਾ ਇਹਦੇ ਮਾਤਾ ਪਿਤਾ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਠੀਕ ਹੈ ਜੀ, ਤਾਂ ਇਹਦੇ ਮਾਤਾ ਪਿਤਾ ਕੌਣ ਸੀ? ਤਾਂ ਇਹਦੀ ਮਾਤਾ ਦਾ ਨਾਂ ਸੀ ਮੁਮਤਾਜ਼ ਮਹਿਲ ਅਤੇ ਪਿਤਾ ਦਾ ਨਾਂ ਸੀ ਸ਼ਾਹਜਹਾਂ। ਠੀਕ ਹੈ ਜੀ, ਤਾਂ ਮੁਮਤਾਜ਼ ਮਹਿਲ ਉਹੀ ਹੈ ਜਿਹਦੀ ਯਾਦ ਦੇ ਵਿੱਚ ਸ਼ਾਹਜਹਾਂ ਨੇ ਤਾਜ ਮਹਿਲ ਬਣਵਾਇਆ ਸੀ। ਠੀਕ ਹੈ, ਉਹੀ ਮੁਮਤਾਜ਼ ਮਹਿਲ ਹੈ, ਉਹਦਾ ਹੀ ਬੇਟਾ ਸੀਗਾ ਔਰੰਗਜ਼ੇਬ, ਅਤੇ ਸ਼ਾਹਜਹਾਂ ਇਹਦਾ ਪਿਤਾ ਸੀ। ਸ਼ਾਹਜਹਾਂ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਜਿਹੜਾ ਆਪਣਾ ਪਿਛਲਾ ਸੈਸ਼ਨ ਹੋਇਆ ਜਿਹਦੇ ਵਿੱਚ ਆਪਾਂ ਸ਼ਾਹਜਹਾਂ ਬਾਰੇ ਪੜ੍ਹਿਆ, ਮੈਂ ਤੁਹਾਨੂੰ ਦੱਸ ਕੇ ਆਇਆ ਕਿ ਸ਼ਾਹਜਹਾਂ ਨੇ ਬਹੁਤ ਪੈਸਾ ਖਰਚ ਕਰਵਾਇਆ ਸੀ ਕਿਉਂਕਿ ਇਹਨੇ ਬਿਲਡਿੰਗਾਂ ਬਹੁਤ ਬਣਵਾਈਆਂ ਸੀ। ਬਿਲਡਿੰਗਾਂ ਮਤਲਬ ਇਹ ਨਹੀਂ ਕਿ ਸਿੰਪਲ ਬਿਲਡਿੰਗਾਂ ਸੀ, ਬਿਲਡਿੰਗਾਂ ਦੇ ਉੱਤੇ ਬਹੁਤ ਖਰਚਾ ਆਇਆ ਸੀ ਇਹਦਾ। ਠੀਕ ਹੈ ਜੀ, ਜਿਵੇਂ ਤਾਜ ਮਹਿਲ ਹੈ, ਤਾਜ ਮਹਿਲ 'ਤੇ ਵੀ ਬਹੁਤ ਇਹਦਾ ਖਰਚਾ ਆਇਆ ਸੀ। ਠੀਕ ਹੈ ਜੀ, ਹੋਰ ਜਿੰਨੀਆਂ ਬਿਲਡਿੰਗਾਂ ਜਿਵੇਂ ਮਯੂਰ ਸਿੰਘਾਸਨ ਹੋ ਗਿਆ, ਤਾਂ ਹੋਰ ਵੀ ਮੈਂ ਜਿਵੇਂ ਮੋਤੀ ਮਸਜਿਦ ਹੋ ਗਿਆ, ਜਿੰਨੀਆਂ ਵੀ ਇਹਨੇ ਬਿਲਡਿੰਗਾਂ ਬਣਵਾਈਆਂ ਸੀ, ਮਤਲਬ ਐਂਟੀਕ ਇਹਨੇ ਆਪਾਂ ਕਹਿ ਸਕਦੇ ਹਾਂ ਕਿ ਬਿਲਡਿੰਗਾਂ ਬਣਵਾਈਆਂ ਸੀ ਜਿਹਦਾ ਕੋਈ ਤੋੜ ਨਹੀਂ ਸੀ। ਅਤੇ ਜਿੱਥੇ ਵੀ ਮਤਲਬ ਜਿਹੜੀਆਂ ਵੀ ਬਿਲਡਿੰਗਾਂ ਇਹਨੇ ਬਣਵਾਈਆਂ ਸੀ, ਹਰ ਇੱਕ ਬਿਲਡਿੰਗ 'ਤੇ ਇਹਨੇ ਬਹੁਤ ਪੈਸਾ ਖਰਚ ਕਰਵਾਇਆ ਸੀ। ਠੀਕ ਹੈ ਜੀ, ਬਹੁਤ ਮਹਿੰਗੀਆਂ ਬਿਲਡਿੰਗਾਂ ਬਣਵਾਈਆਂ ਸੀ ਅਤੇ ਔਰੰਗਜ਼ੇਬ ਨੇ ਤਾਂ ਕਰਕੇ ਇਹਨੂੰ ਗੱਦੀ ਤੋਂ ਲਾਹਤਾ ਸੀ। ਤਾਂ ਕਿਉਂਕਿ ਔਰੰਗਜ਼ੇਬ ਇਹ ਤੋਂ ਖਿੱਝ ਗਿਆ ਸੀ, ਔਰੰਗਜ਼ੇਬ ਨੂੰ ਲੱਗਿਆ ਕਿ ਇਹਨੇ ਖਜ਼ਾਨੇ ਦੇ ਵਿੱਚ ਕੁਛ ਵੀ ਨਹੀਂ ਛੱਡਣਾ। ਠੀਕ ਹੈ ਜੀ, ਤਾਂ ਕਰਕੇ ਇਹਨੇ ਸ਼ਾਹਜਹਾਂ ਨੂੰ ਗੱਦੀ ਦੇ ਉੱਤੋਂ ਉਤਾਰਤਾ ਸੀ। ਤਾਂ ਕਰਕੇ ਇਹ ਤੁਸੀਂ ਯਾਦ ਰੱਖਣਾ। ਤਾਂ ਇਹਨੂੰ ਕੈਦ ਰੱਖਿਆ ਸੀਗਾ, ਕੈਦਖਾਨੇ ਦੇ ਵਿੱਚ। ਅਗਲਾ ਜਿਹੜਾ ਪੁਆਇੰਟ ਹੈ, ਇਹਦੀਆਂ 3 ਪਤਨੀਆਂ ਸੀ। ਠੀਕ ਹੈ ਜੀ, 3 ਪਤਨੀਆਂ ਬਾਰੇ ਤੁਹਾਨੂੰ ਇਹ ਨਹੀਂ ਕਿ ਤਿੰਨੋਂ ਪਤਨੀਆਂ ਬਾਰੇ ਪਤਾ ਹੋਵੇ, ਮੈਂ ਤੁਹਾਨੂੰ ਦੱਸਦਾ ਕਿ ਕੀ ਕੀ ਚੀਜ਼ ਤੁਸੀਂ ਇਹਦੇ ਵਿੱਚੋਂ ਯਾਦ ਕਰਨੀ ਹੈ। ਸਭ ਤੋਂ ਪਹਿਲੀ ਜਿਹੜੀ ਇਹਦੀ ਪਤਨੀ ਸੀ ਨਵਾਬ ਰਾਏ, ਨਵਾਬ ਰਾਏ ਇਹਦੀ ਪਤਨੀ ਦਾ ਨਾਮ ਸੀ। ਦਿਲਰਾਸ ਬਾਨੋ ਬੇਗਮ। ਠੀਕ ਹੈ ਜੀ, ਅਤੇ ਔਰੰਗਾਬਾਦ ਮਹਿਲ, ਔਰੰਗਜ਼ੇਬ ਨਹੀਂ ਇਹ ਔਰੰਗਾਬਾਦ ਮਹਿਲ ਹੈ। ਠੀਕ ਹੈ ਜੀ, ਇਹ ਤੁਸੀਂ ਸਹੀ ਕਰ ਲਿਓ ਇਹਨੂੰ, ਔਰੰਗਾਬਾਦ ਮਹਿਲ। ਇਹਨਾਂ ਬਾਰੇ ਤੁਹਾਨੂੰ ਤਿੰਨਾਂ ਬਾਰੇ ਪੜ੍ਹਨ ਦੀ ਲੋੜ ਨਹੀਂ, ਇਹਨਾਂ ਵਿੱਚੋਂ ਤੁਸੀਂ ਇੱਕ ਇਹਦੀ ਵਾਈਫ ਬਾਰੇ ਯਾਦ ਰੱਖਣਾ, ਉਹਦਾ ਨਾਂ ਹੈਗਾ ਦਿਲਰਾਸ ਬਾਨੋ ਬੇਗਮ। ਠੀਕ ਹੈ ਜੀ, ਬਹੁਤ ਇੰਪੋਰਟੈਂਟ ਹੈ ਇਹ, ਸਿਰਫ ਇਹਦੇ ਬਾਰੇ ਤੁਹਾਨੂੰ ਕੁਐਸਚਨ ਆਊਗਾ ਜੇ ਆਊਗਾ ਤਾਂ। ਵੈਸੇ ਇਹਦੇ ਬੱਚੇ ਵੀ ਸੀਗੇ, ਬਹੁਤ ਸਾਰੇ ਬੱਚੇ ਸੀ ਇਹਦੇ, ਜਿਵੇਂ ਕਿ ਆਜ਼ਮ ਸ਼ਾਹ ਹੋ ਗਿਆ, ਆਪਣਾ ਬਹਾਦਰ ਸ਼ਾਹ ਜ਼ਫਰ ਹੋ ਗਿਆ, ਜਿਹਨੂੰ ਬਹਾਦਰ ਸ਼ਾਹ ਸੈਕਿੰਡ ਵੀ ਆਪਾਂ ਕਹਿ ਦਿੰਦੇ ਹਾਂ। ਤਾਂ ਕਾਫੀ ਇਹਦੇ ਮਤਲਬ ਬੱਚੇ ਸੀਗੇ, ਉਹਨਾਂ ਬਾਰੇ ਆਪਾਂ ਨੂੰ ਪੜ੍ਹਨ ਦੀ ਲੋੜ ਨਹੀਂ ਕਿਉਂਕਿ ਉੱਥੋਂ ਕੁਐਸਚਨ ਨਹੀਂ ਬਣਦਾ। ਤਾਂ ਤੁਹਾਨੂੰ ਜੇ ਕੁਐਸਚਨ ਬਣੂਗਾ ਤਾਂ ਦਿਲਰਾਸ ਬਾਨੋ ਬੇਗਮ ਬਾਰੇ ਤੁਹਾਨੂੰ ਪੁੱਛ ਸਕਦੇ ਆ। ਇੱਕ ਤੁਹਾਨੂੰ ਇਹਦੀ ਟੌਮ ਪਤਾ ਹੋਣੀ ਚਾਹੀਦੀ, ਇਹਦੀ ਕਬਰ ਕਿੱਥੇ ਹੈ? ਤਾਂ ਇਹਦੀ ਕਬਰ ਹੈਗੀ ਖੁਲਦਾਬਾਦ ਵਿਖੇ। ਖੁਲਦਾਬਾਦ ਕਿੱਥੇ ਹੈ? ਔਰੰਗਾਬਾਦ ਜ਼ਿਲ੍ਹਾ ਦੇ ਵਿੱਚ। ਔਰੰਗਾਬਾਦ ਜ਼ਿਲ੍ਹਾ ਕਿੱਥੇ ਹੈ? ਮਹਾਰਾਸ਼ਟਰ ਦੇ ਵਿੱਚ। ਠੀਕ ਹੈ ਜੀ, ਮਹਾਰਾਸ਼ਟਰ ਦੇ ਵਿੱਚ ਇਹਦੀ ਕਬਰ ਹੈ। ਕਈ ਵਾਰ ਤੁਹਾਨੂੰ ਜ਼ਿਲ੍ਹਾ ਵੀ ਪਾ ਸਕਦੇ ਆ, ਸਟੇਟ ਵੀ ਪਾ ਸਕਦੇ ਆ, ਅਤੇ ਤੁਹਾਨੂੰ ਟਾਊਨ ਵੀ ਪਾ ਸਕਦੇ ਕਿ ਕਿਹੜੇ ਟਾਊਨ ਦੇ ਵਿੱਚ ਹੈ, ਤਾਂ ਉਹ ਹੈ ਖੁਲਦਾਬਾਦ ਦੇ ਵਿੱਚ। ਇਹ ਤੁਸੀਂ ਯਾਦ ਰੱਖਣਾ, ਖੁਲਦਾਬਾਦ ਦੇ ਵਿੱਚ ਇਹਦੀ ਕਬਰ ਹੈ ਅਤੇ ਜ਼ਿਲ੍ਹਾ ਕਿਹੜਾ ਪੈਂਦਾ ਹੈ? ਔਰੰਗਾਬਾਦ। ਠੀਕ ਹੈ ਜੀ, ਤਾਂ ਜਿਹੜਾ ਇਹਦੀ ਕਬਰ ਹੈ ਅਤੇ ਇਹਦੀ ਵਾਈਫ ਦੀ ਕਬਰ ਹੈ ਉਹ ਥੋੜ੍ਹੀ ਦੂਰੀ 'ਤੇ ਨੇ। ਠੀਕ ਹੈ, ਇਹਦੀ ਜਿਹੜੀ ਵਾਈਫ ਦੀ ਕਬਰ ਹੈ, ਜਿਹਨੂੰ ਆਪਾਂ ਬੀਬੀ ਕਾ ਮਕਬਰਾ ਆ, ਜਿਹਦੇ ਬਾਰੇ ਆਪਾਂ ਅੱਗੇ ਪੜ੍ਹਾਂਗੇ। ਠੀਕ ਹੈ, ਜਦੋਂ ਅਗਲੀ ਸਲਾਈਡ ਦੇ ਵਿੱਚ, ਉਹ ਇਹ ਤੋਂ ਥੋੜ੍ਹੀ ਦੂਰੀ 'ਤੇ ਹੈ,
ਖੁਲਦਾਬਾਦ ਤੋਂ ਥੋੜ੍ਹੀ ਦੂਰੀ ਤੇ ਹੈ, ਔਰੰਗਾਬਾਦ ਦੇ ਵਿੱਚ ਹੈ ਉਹਦੀ ਕਬਰ, ਠੀਕ ਹੈ। ਉਹ ਆਪਾਂ ਅੱਗੇ ਪੜ੍ਹਦੇ ਹਾਂ ਉਹਦੇ ਬਾਰੇ। ਇੱਕ ਇਹਦੀ ਆਟੋਬਾਇਓਗ੍ਰਾਫੀ ਤੁਹਾਨੂੰ ਪਤਾ ਹੋਣੀ ਚਾਹੀਦੀ। ਆਟੋਬਾਇਓਗ੍ਰਾਫੀ ਇਹਦੀ ਬਹੁਤ ਘੱਟ ਸਟੂਡੈਂਟਸ ਨੂੰ ਪਤਾ ਹੁੰਦੀ ਹੈ, ਤਾਂ ਉਹਦਾ ਨਾਮ ਹੈਗਾ ਫਤਵਾ ਆਲਮਗੀਰੀ, ਠੀਕ ਹੈ ਜੀ। ਫਤਵਾ ਆਲਮਗੀਰੀ ਪਰਸੀਅਨ ਲੈਂਗੁਏਜ ਦੇ ਵਿੱਚ, ਫਾਰਸੀ ਭਾਸ਼ਾ ਦੇ ਵਿੱਚ ਲਿਖੀ ਹੋਈ ਹੈ, ਠੀਕ ਹੈ। ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਆਟੋਬਾਇਓਗ੍ਰਾਫੀ ਇਹਦੀ, ਠੀਕ ਹੈ ਜੀ। ਤਾਂ ਟੌਂਬ ਇਹਦੀ ਖੁਲਦਾਬਾਦ ਔਰੰਗਾਬਾਦ ਦੇ ਵਿੱਚ ਹੈ, ਆਟੋਬਾਇਓਗ੍ਰਾਫੀ ਇਹਦੀ ਫਤਵਾ ਆਲਮਗੀਰੀ। ਇਹ ਇੱਕ ਇੱਕ ਫੈਕਟ ਤੁਸੀਂ ਯਾਦ ਕਰ ਲਿਓ, ਕਿਉਂਕਿ ਔਰੰਗਜ਼ੇਬ ਦੇ ਵਿੱਚੋਂ ਜੇਕਰ ਤੁਹਾਨੂੰ ਕੁਐਸਚਨ ਆਊਗਾ ਤਾਂ ਇਹਨਾਂ ਫੈਕਟ ਦੇ ਵਿੱਚੋਂ ਜ਼ਰੂਰ ਆਊਗਾ, ਠੀਕ ਹੈ ਜੀ। ਅਗਲਾ ਜਿਹੜਾ ਆਪਣਾ ਪੁਆਇੰਟ ਹੈ ਜਿਹਦੇ ਬਾਰੇ ਆਪਾਂ ਗੱਲ ਪਹਿਲਾਂ ਕਰ ਰਹੇ ਸੀ ਕਿ ਟੌਂਬ ਆਫ ਔਰੰਗਜ਼ੇਬ ਵਾਈਫ ਦਿਲਰਾਸ ਬਾਨੋ ਬੇਗਮ, ਠੀਕ ਹੈ ਜੀ। ਬਹੁਤ ਇੰਪੋਰਟੈਂਟ ਹੈ। ਸਭ ਤੋਂ ਵੱਧ ਪਿਆਰ ਕਰਦਾ ਸੀ ਇਹ ਆਪਣੀ ਪਤਨੀ ਦਿਲਰਾਸ ਬਾਨੋ ਬੇਗਮ ਨੂੰ, ਤਾਂ ਕਰਕੇ ਇਹਦੀ ਯਾਦ ਦੇ ਵਿੱਚ ਇਹਨੇ ਬਣਵਾਇਆ ਸੀ ਬੀਬੀ ਕਾ ਮਕਬਰਾ। ਬੀਬੀ ਕਾ ਮਕਬਰਾ ਬਣਵਾਇਆ ਸੀ ਇਹਨੇ। ਕਿੱਥੇ ਹੈ ਇਹ? ਔਰੰਗਾਬਾਦ ਦੇ ਵਿੱਚ। ਔਰੰਗਜ਼ੇਬ ਦੀ ਕਬਰ ਤੋਂ ਥੋੜ੍ਹੀ ਦੂਰੀ 'ਤੇ ਇਹ, ਮਤਲਬ ਕੁਛ ਕਿਲੋਮੀਟਰ ਦੀ ਦੂਰੀ 'ਤੇ ਹੈ। ਅਤੇ ਕਿਹਨੇ ਬਣਵਾਇਆ ਸੀ ਇਹ? ਔਰੰਗਜ਼ੇਬ ਦੇ ਪੁੱਤਰ ਨੇ ਬਣਵਾਇਆ ਸੀ ਇਹ। ਜਿਹੜਾ ਐਗਜ਼ੈਕਟਲੀ ਇਹ ਬਣਵਾਇਆ ਸੀ ਉਹ ਬਣਵਾਇਆ ਸੀ ਆਜ਼ਮ ਸ਼ਾਹ ਨੇ। ਇਹ ਔਰੰਗਜ਼ੇਬ ਦਾ ਪੁੱਤਰ ਸੀਗਾ ਆਜ਼ਮ ਸ਼ਾਹ। ਇਹਨੇ ਆਪਣੀ ਮਦਰ ਦੀ ਯਾਦ ਦੇ ਵਿੱਚ ਇਹ ਬਣਵਾਇਆ ਸੀ ਔਰੰਗਾਬਾਦ ਵਿਖੇ ਬੀਬੀ ਕਾ ਮਕਬਰਾ, ਠੀਕ ਹੈ ਜੀ। ਬਹੁਤ ਇੰਪੋਰਟੈਂਟ ਹੈ, ਇਹਦੇ ਬਾਰੇ ਡਾਇਰੈਕਟ ਕੁਐਸਚਨ ਬਹੁਤ ਵਾਰ ਪੁੱਛਿਆ ਗਿਆ, ਠੀਕ ਹੈ ਜੀ। ਤਾਂ ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਅਗਲਾ ਜਿਹੜਾ ਪੁਆਇੰਟ ਹੈ ਉਹ ਹੈ ਬੀਬੀ ਕਾ ਮਕਬਰਾ ਆਲਸੋ ਨੋਨ ਐਜ਼ ਬਲੈਕ ਤਾਜ ਮਹਿਲ ਔਰ ਡੈਕਨ ਤਾਜ ਮਹਿਲ। ਜਿਹੜਾ ਬੀਬੀ ਕਾ ਮਕਬਰਾ ਇਹਨੇ ਬਣਵਾਇਆ, ਇਹਦੇ 'ਚ ਮੈਂ ਪੰਜਾਬੀ 'ਚ ਹੀ ਲਿਖਤਾ ਬੀਬੀ ਦਾ ਮਕਬਰਾ, ਠੀਕ ਹੈ, ਬਟ ਇਹ ਬੀਬੀ ਕਾ ਮਕਬਰਾ ਹੈ, ਠੀਕ ਹੈ ਜੀ। ਤਾਂ ਬੀਵੀ ਕਾ ਮਕਬਰਾ ਇਹ ਤੁਸੀਂ ਯਾਦ ਰੱਖਣਾ, ਬੀਵੀ ਕਾ ਮਕਬਰਾ, ਇਹਨੂੰ ਇਸ ਤਰ੍ਹਾਂ ਲਿਖਣਾ ਹੈਗਾ। ਇਸੇ ਤਰ੍ਹਾਂ ਹੀ ਇਹ ਤੁਹਾਨੂੰ ਕੁਐਸਚਨ ਦੇ ਵਿੱਚ ਆਊਗਾ। ਬੀਵੀ ਕਾ ਜਿਹੜਾ ਮਕਬਰਾ ਹੈ ਯਾਨੀ ਕਿ ਦਿਲਰਾਸ ਬਾਨੋ ਬੇਗਮ ਦੀ ਯਾਦ ਦੇ ਵਿੱਚ ਬਣਵਾਇਆ ਹੋਇਆ, ਠੀਕ ਹੈ ਜੀ। ਇਹਨੂੰ ਬਲੈਕ ਤਾਜ ਮਹਿਲ, ਇਹਨੂੰ ਕਾਲਾ ਤਾਜ ਮਹਿਲ ਵੀ ਕਿਹਾ ਜਾਂਦਾ। ਇਹ ਤੁਹਾਨੂੰ ਕੁਐਸਚਨ ਆ ਸਕਦਾ ਕਿ ਕਾਲਾ ਤਾਜ ਮਹਿਲ ਕਿਹਨੂੰ ਕਿਹਾ ਜਾਂਦਾ ਜਾਂ ਦੱਖਣ ਦਾ ਤਾਜ ਮਹਿਲ ਵੀ ਕਿਹਾ ਜਾਂਦਾ। ਤਾਜ ਮਹਿਲ ਇਹਨੂੰ ਕਿਉਂ ਕਿਹਾ ਜਾਂਦਾ? ਕਿਉਂਕਿ ਜਿਹੜੀ ਇਹਦੀ ਸ਼ੇਪ ਹੈ ਬਿਲਕੁਲ ਤਾਜ ਮਹਿਲ ਦੀ ਡਿਟੋ ਕਾਪੀ ਹੈ, ਠੀਕ ਹੈ ਜੀ। ਤਾਂ ਕਰਕੇ ਇਹਨੂੰ ਤਾਜ ਮਹਿਲ ਕਿਹਾ ਜਾਂਦਾ। ਇਹਨੂੰ ਦੱਖਣ ਦਾ ਤਾਜ ਮਹਿਲ ਵੀ ਕਹਿੰਦੇ ਨੇ ਅਤੇ ਇਹਨੂੰ ਬਲੈਕ ਤਾਜ ਮਹਿਲ ਵੀ ਕਹਿੰਦੇ ਨੇ। ਇਹ ਤੁਸੀਂ ਯਾਦ ਰੱਖਣਾ, ਬੀਬੀ ਕਾ ਮਕਬਰਾ। ਅਗਲਾ ਜਿਹੜਾ ਪੁਆਇੰਟ ਹੈ ਇਸਟੈਬਲਿਸ਼ਮੈਂਟ। ਔਰੰਗਜ਼ੇਬ ਨੇ ਇਸਟੈਬਲਿਸ਼ਮੈਂਟ ਕਿਹੜੀ ਕੀਤੀ? ਇੱਕ ਤਾਂ ਬੀਬੀ ਕਾ ਮਕਬਰਾ, ਇਹ ਵੀ ਇਹਦੀ ਇਸਟੈਬਲਿਸ਼ਮੈਂਟ ਮਤਲਬ ਮੰਨੀ ਜਾਂਦੀ ਹੈ, ਬਟ ਇਹਦੇ ਪੁੱਤਰ ਨੇ ਬਣਵਾਇਆ ਸੀ ਆਜ਼ਮ ਸ਼ਾਹ ਨੇ। ਤਾਂ ਜਿਹੜੀ ਇਹਦੀ ਇਸਟੈਬਲਿਸ਼ਮੈਂਟ ਹੈ ਉਹ ਇੱਕੋ ਹੀ ਹੈ, ਕੋਈ ਖਾਸ ਨਹੀਂ ਇਹਨੇ ਇਸਟੈਬਲਿਸ਼ਮੈਂਟ ਕਰਵਾਈ, ਕਿਉਂਕਿ ਇਹਦੀ ਜਿਹੜੀ ਪੂਰੀ ਲਾਈਫ ਸੀ ਉਹ ਕਨਫਲਿਕਟ ਦੇ ਵਿੱਚ ਹੀ ਲੰਘੀ ਹੈ। ਇਹਨੇ ਕੋਈ ਜ਼ਿਆਦਾ ਇਸਟੈਬਲਿਸ਼ਮੈਂਟ ਨਹੀਂ ਕਰਵਾਈ, ਇਹਨੇ ਲੜਾਈਆਂ ਦੇ ਵਿੱਚ ਹੀ ਆਪਣੀ ਲਾਈਫ ਕੱਢੀ ਹੈ ਸਾਰੀ। ਤਾਂ ਜਿਹੜਾ ਇੱਕ ਇਹਨੇ ਮੋਤੀ ਮਸਜਿਦ ਬਣਵਾਈ ਹੈ, ਜਿਹੜੀ ਛੋਟੀ ਮੋਤੀ ਮਸਜਿਦ ਹੈ। ਇਹਦੇ ਬਾਰੇ ਬਹੁਤ ਰੇਅਰ ਚਾਂਸ ਹੈ ਤੁਹਾਨੂੰ ਕੁਐਸਚਨ ਆਉਣ ਦੇ, ਹੋ ਸਕਦਾ ਨਾ ਹੀ ਆਵੇ ਇਹਦੇ ਬਾਰੇ ਕੁਐਸਚਨ, ਠੀਕ ਹੈ, ਕਿਉਂਕਿ ਇਹ ਜ਼ਿਆਦਾ ਕੋਈ ਮਤਲਬ ਵੱਡੀ ਨਹੀਂ ਹੈਗੀ। ਇਹ ਛੋਟੀ ਮੋਤੀ ਮਸਜਿਦ ਹੈ। ਇਹ ਕਿੱਥੇ ਹੈ? ਇਹ ਲਾਲ ਕਿਲ੍ਹੇ ਦੇ ਜਦੋਂ ਆਪਾਂ ਅੰਦਰ ਜਾਂਦੇ ਹਾਂ ਉੱਥੇ ਬਣੀ ਹੋਈ ਹੈ, ਬਿਲਕੁਲ ਛੋਟੀ ਜਿਹੀ ਮਸਜਿਦ ਹੈ। ਤਾਂ ਉਹ ਇਹਨੇ ਬਣਵਾਈ ਸੀ, ਜਿਹੜਾ ਲਾਲ ਕਿਲ੍ਹਾ ਬਣਵਾਇਆ ਸੀ ਆਪਣਾ ਦਿੱਲੀ, ਤਾਂ ਉਹਦੇ ਵਿੱਚ ਬਣੀ ਹੋਈ ਹੈ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ, ਬਸ ਇੰਨਾ ਕੁ ਯਾਦ ਰੱਖਣਾ। ਤਾਂ ਇਹ ਕੋਈ ਜ਼ਿਆਦਾ ਵੀ ਇੰਪੋਰਟੈਂਟ ਨਹੀਂ, ਇਹਦੇ ਬਾਰੇ ਤੁਹਾਨੂੰ ਪੁੱਛਿਆ ਨਹੀਂ ਜਾ ਸਕਦਾ। ਅਗਲਾ ਜਿਹੜਾ ਪੁਆਇੰਟ ਹੈ ਉਹ ਹੈ ਬੈਂਡ। ਰੋਕ ਕਿਤੇ ਕਿਤੇ ਲਗਾਈ ਇਹਨੇ। ਇੱਕ ਤਾਂ ਝਰੋਖਾ ਦਰਸ਼ਨ, ਠੀਕ ਹੈ ਜੀ। ਝਰੋਖਾ ਦਰਸ਼ਨ ਚੱਲਦਾ ਸੀ, ਝਰੋਖਾ ਦਰਸ਼ਨ ਨੂੰ ਆਪਾਂ ਪੰਜਾਬੀ 'ਚ ਲਿਖਿਆ ਹੋਇਆ ਝਰੋਖਾ ਦਰਸ਼ਨ ਪਹਿਲਾਂ ਚੱਲਦਾ ਹੁੰਦਾ ਸੀ। ਝਰੋਖਾ ਦਰਸ਼ਨ ਕੀ ਸੀ? ਜਿਹਦੇ ਵਿੱਚ ਮਤਲਬ ਜਿਹੜੀਆਂ ਲੇਡੀਜ਼ ਸੀ ਉਹ ਜਦੋਂ ਮਤਲਬ ਕੋਈ ਸਲਾਹ ਮਸ਼ਵਰਾ ਕਰਨਾ ਹੁੰਦਾ ਸੀ ਤਾਂ ਲੇਡੀਜ਼ ਮਤਲਬ ਪਾਰਟ ਲੈ ਸਕਦੀਆਂ ਸੀ, ਠੀਕ ਹੈ। ਤਾਂ ਵੈਸੇ ਵੀ ਲੇਡੀਜ਼ ਨੂੰ ਆਉਣ ਜਾਣ 'ਤੇ ਕੋਈ ਮਨਾਹੀ ਨਹੀਂ ਸੀ, ਦਰਬਾਰ ਦੇ ਵਿੱਚ ਆ ਜਾ ਸਕਦੀਆਂ ਸੀ, ਬਟ ਇਹਨੇ ਉਹ ਚੀਜ਼ ਬੰਦ ਕਰਤੀ। ਲੇਡੀਜ਼ ਦੇ ਉੱਤੇ ਇਹਨੇ ਬਹੁਤ ਬੈਨ ਲਗਾਇਆ ਹੈਗਾ, ਠੀਕ ਹੈ। ਝਰੋਖਾ ਦਰਸ਼ਨ, ਇਹਨੇ ਝਰੋਖਾ ਦਰਸ਼ਨ ਬੰਦ ਕਰਵਾਤਾ ਸੀ। ਅਤੇ ਮਤਲਬ ਜਿਹੜਾ ਇਹਨਾਂ ਦਾ ਪਹਿਰਾਵਾ ਸੀ, ਜਿਵੇਂ ਕਿ ਉਹ ਗਾਊਨ ਪਹਿਨਣਾ, ਠੀਕ ਹੈ ਜੀ, ਤਾਂ ਉਹ ਸਾਰਾ ਕੁਛ ਇਹਨੇ ਚਲਵਾਇਆ ਸੀ। ਝਰੋਖਾ ਦਰਸ਼ਨ ਮਤਲਬ ਲੇਡੀਜ਼ ਦੇ ਉੱਤੇ ਇਹਨੇ ਬਹੁਤ ਪਾਬੰਦੀ ਲਗਾਈ ਸੀ, ਠੀਕ ਹੈ। ਬਸ ਤੁਸੀਂ ਇੰਨਾ ਹੀ ਯਾਦ ਰੱਖਣਾ ਕਿ ਝਰੋਖਾ ਦਰਸ਼ਨ ਕਿਹਨੇ ਬੰਦ ਕਰਵਾਇਆ ਸੀ। ਕਈ ਵਾਰੀ ਤੁਹਾਨੂੰ ਕੁਐਸਚਨ ਆ ਸਕਦਾ। ਤਾਂ ਇੱਕ ਤੁਲਾਦਾਨ ਸਿਸਟਮ, ਤੁਲਾਦਾਨ ਸਿਸਟਮ ਕਿਹਨੇ ਚਲਾਇਆ ਸੀ? ਅਕਬਰ ਨੇ, ਠੀਕ ਹੈ ਜੀ। ਅਕਬਰ ਨੇ ਚਲਾਇਆ ਸੀ ਤੁਲਾਦਾਨ ਸਿਸਟਮ। ਇਹ ਆਪਾਂ ਪਿੱਛੇ ਕਰਕੇ ਆਏ ਹਾਂ ਅਕਬਰ ਵਾਲੇ ਸੈਸ਼ਨ ਦੇ ਵਿੱਚ। ਤਾਂ ਤੁਲਾਦਾਨ ਸਿਸਟਮ ਕੀ ਸੀ? ਇੱਕ ਪਾਸੇ ਜਿਹੜਾ ਰਾਜਾ ਸੀ ਉਹ ਬੈਠ ਜਾਂਦਾ ਸੀ ਤੱਕੜੀ ਦੇ ਵਿੱਚ, ਇੱਕ ਪਾਸੇ ਹੀਰੇ ਜਵਾਹਰਾਤ ਮੋਤੀ ਪੈਸੇ ਜਿੰਨਾ ਕੁਛ ਵੀ ਹੁੰਦਾ ਸੀ ਉਹ ਰੱਖ ਦਿੱਤਾ ਜਾਂਦਾ ਸੀ। ਤਾਂ ਉਹਦੇ ਬਰਾਬਰ ਜਿੰਨਾ ਰਾਜੇ ਦਾ ਭਾਰ ਹੁੰਦਾ ਸੀ ਉਹਨਾਂ ਤੋਲ ਕੇ ਉਹ ਸਾਰਾ ਗਰੀਬਾਂ 'ਚ ਵੰਡ ਦਿੱਤਾ ਜਾਂਦਾ। ਉਹਨੂੰ ਤੁਲਾਦਾਨ ਸਿਸਟਮ ਕਿਹਾ ਜਾਂਦਾ ਸੀ। ਤਾਂ ਇਹ 'ਤੇ ਵੀ ਔਰੰਗਜ਼ੇਬ ਨੇ ਰੋਕ ਲਗਾਤੀ। ਇਹਨੇ ਚੰਗੇ ਚੰਗੇ ਕੰਮ ਜਿੰਨੇ ਵੀ ਸੀ ਉਹ 'ਤੇ ਸਾਰਿਆਂ 'ਤੇ ਰੋਕ ਲਗਾਤੀ ਇਹਨੇ, ਅਤੇ ਮਾੜੇ ਕੰਮ ਹੀ ਸਟਾਰਟ ਕਰਤੇ, ਠੀਕ ਹੈ ਜੀ। ਤਾਂ ਕਰਕੇ ਔਰੰਗਜ਼ੇਬ ਨੂੰ ਬਹੁਤ ਕੱਟੜ ਕਿਹਾ ਜਾਂਦਾ। ਇੱਕ ਇਹਨੇ ਜਜ਼ੀਆ ਕਰ ਲਗਾਤਾ। ਜਿਹੜਾ ਜਜ਼ੀਆ ਕਰ ਹੁੰਦਾ ਇਹ ਗੈਰ ਮੁਸਲਿਮ ਟੈਕਸ ਸੀਗਾ, ਵੀ ਮਤਲਬ ਜੇ ਤੁਸੀਂ ਮੁਸਲਿਮ ਧਰਮ ਨਾਲ ਸੰਬੰਧ ਨਹੀਂ ਰੱਖਦੇ, ਮੰਨ ਲਓ ਤੁਸੀਂ ਸਿੱਖ ਹੋ ਜਾਂ ਹਿੰਦੂ ਹੋ, ਜੇਕਰ ਤੁਸੀਂ ਇੱਥੇ ਰਹਿਣਾ ਤਾਂ ਤੁਹਾਨੂੰ ਟੈਕਸ ਦੇਣਾ ਪਊਗਾ, ਅਸੀਂ ਫਿਰ ਤੁਹਾਨੂੰ ਆਪਣੀ ਸ਼ਰਨ ਦੇ ਵਿੱਚ ਰੱਖਾਂਗੇ। ਤਾਂ ਇਹ ਜਜ਼ੀਆ ਜਿਹੜਾ ਅਗੇਨ ਲਾਇਆ ਸੀ ਇਹ ਵੀ ਔਰੰਗਜ਼ੇਬ ਨੇ ਲਾਇਆ ਸੀ। ਅਕਬਰ ਤੱਕ ਇਹ ਅਕਬਰ ਨੇ ਇਹ ਬੰਦ ਕਰਿਆ ਸੀ ਜਿਹੜਾ ਜਜ਼ੀਆ ਕਰ ਸੀ, ਬਟ ਔਰੰਗਜ਼ੇਬ ਨੇ ਇਹ ਦੁਬਾਰਾ ਸਟਾਰਟ ਕਰਤਾ, ਠੀਕ ਹੈ ਜੀ। ਅਗਲਾ ਜਿਹੜਾ ਪੁਆਇੰਟ ਹੈ ਉਹ ਹੈ ਵੈਰੀ ਕਰੂਅਲ ਕਿੰਗ। ਇਹ ਮੈਂ ਜਾਣਬੁੱਝ ਕੇ ਇਹ ਪੁਆਇੰਟ ਰੱਖਿਆ
ਕਿ ਇਹਦੀ ਤੁਸੀਂ ਇੱਕ ਆਪਣੇ ਮਾਈਂਡ ਦੇ ਵਿੱਚ ਇਮੇਜ ਸੈੱਟ ਕਰ ਲਓ, ਠੀਕ ਹੈ ਜੀ, ਕਿ ਇਹਦੀ ਇਮੇਜ ਕੀ ਸੀ ਬੰਦੇ ਦੀ। ਤਾਂ ਇਹ ਬੰਦਾ ਬਹੁਤ ਕਰੂਅਲ ਸੀ, ਬਹੁਤ ਕੱਟੜ ਸੀ, ਠੀਕ ਹੈ ਜੀ, ਇਹ ਬਖਸ਼ਦਾ ਹੀ ਨਹੀਂ ਸੀ ਕਿਸੇ ਨੂੰ, ਠੀਕ ਹੈ ਜੀ, ਬਹੁਤ ਇਹ ਮਤਲਬ ਲੋਕਾਂ ਦੇ ਉੱਤੇ ਜ਼ੁਲਮ ਕਰਦਾ ਸੀ, ਇਹ ਤੁਸੀਂ ਯਾਦ ਰੱਖਣਾ। ਟਰਾਈ ਟੂ ਕਨਵਰਟ ਹਿੰਦੂ ਐਂਡ ਸਿੱਖਸ ਇਨਟੂ ਇਸਲਾਮ, ਹਿੰਦੂ ਅਤੇ ਸਿੱਖਾਂ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਾਉਣ ਦੀ ਇਹਨੇ ਕੋਸ਼ਿਸ਼ ਕੀਤੀ, ਠੀਕ ਹੈ, ਬਟ ਨਹੀਂ ਮੰਨਿਆ ਕਈਆਂ ਨੇ, ਜਿਵੇਂ ਆਪਣੇ ਸਿੱਖ ਧਰਮ ਦੇ ਮਹਾਨ ਗੁਰੂ ਸਾਹਿਬਾਨ ਨੇ ਆਪਣੇ, ਠੀਕ ਹੈ ਜੀ, ਉਹਨਾਂ ਨੇ ਇਹਦੀ ਈਨ ਨਹੀਂ ਮੰਨੀ, ਇਹਨੇ ਸਾਰਾ ਜ਼ੋਰ ਲਗਾਇਆ ਕਿ ਮੈਂ ਕਨਵਰਟ ਕਰਾਂ, ਬਟ ਉਹ ਕਨਵਰਟ ਨਹੀਂ ਹੋਏ, ਬਟ ਇਹਨੇ ਕੋਸ਼ਿਸ਼ ਪੂਰੀ ਕੀਤੀ, ਠੀਕ ਹੈ ਜੀ। ਤਾਂ ਇਹ ਇਹੋ ਜਿਹੇ ਕੰਮ ਕਰਦਾ ਸੀ ਇਹ ਬੰਦਾ, ਠੀਕ ਹੈ, ਤਾਂ ਕਰਕੇ ਇਹਨੇ ਕੋਈ ਵਧੀਆ ਬਿਲਡਿੰਗ ਨਹੀਂ ਬਣਵਾਈ ਜਾਂ ਕੁਛ ਵੀ ਇਹਦੇ ਰਾਜਕਾਲ ਦੇ ਵਿੱਚ ਕੋਈ ਚੰਗਾ ਨਹੀਂ ਹੋਇਆ, ਕੁਛ ਮਾੜਾ ਹੀ ਮਾੜਾ ਹੋਇਆ ਜਿੰਨਾ ਵੀ ਹੋਇਆ, ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਬਸ ਇਹਦੀ ਇਹ ਇਮੇਜ ਸੈੱਟ ਕਰ ਲਓ ਤੁਸੀਂ ਆਪਣੇ ਮਾਈਂਡ ਦੇ ਵਿੱਚ, ਤਾਂ ਤੁਹਾਡੇ ਯਾਦ ਕਰਨਾ ਸੌਖਾ ਹੋ ਜਾਊਗਾ ਇਹ, ਠੀਕ ਹੈ ਜੀ। ਪਹਿਲਾ ਜਿਹੜਾ ਕੁਐਸਚਨ ਹੈ, ਉਹ ਇਹਨਾਂ ਵਿੱਚੋਂ ਕਿਹੜਾ ਮੁਗਲ ਬਾਦਸ਼ਾਹ ਸੀ ਜਿਸ ਨੇ 2 ਵਾਰ ਆਪਣਾ ਰਾਜ ਅਭਿਸ਼ੇਕ ਕਰਵਾਏ। ਮੈਂ ਹਿੰਦੀ ਦਾ ਲਫ਼ਜ਼ ਇੱਥੇ ਰੱਖਤਾ, ਰਾਜ ਅਭਿਸ਼ੇਕ, ਠੀਕ ਹੈ ਜੀ। ਤਾਂ ਮਤਲਬ ਜਿਹੜੀ ਆਪਣੀ ਕੋਰੋਨੇਸ਼ਨ ਕਰਵਾਈ ਸੀ ਇਹਨੇ, ਠੀਕ ਹੈ, ਜਿਹੜਾ ਇਹਨੂੰ ਮੁਕਟ ਪਹਿਨਾਇਆ ਸੀ, ਤਾਜ ਪਹਿਨਾਇਆ ਸੀ, ਇਹਨੇ 2 ਵਾਰ ਕਰਵਾਇਆ ਸੀ ਬੰਦੇ ਨੇ। ਤਾਂ ਇਹ ਤੁਸੀਂ ਯਾਦ ਰੱਖਣਾ ਕਿਹੜੇ ਬੰਦੇ ਨੇ ਕਰਵਾਇਆ ਸੀ, ਔਰੰਗਜ਼ੇਬ ਨੇ, ਠੀਕ ਹੈ ਜੀ। ਔਰੰਗਜ਼ੇਬ ਨੇ 2 ਵਾਰ ਆਪਣੀ ਕੋਰੋਨੇਸ਼ਨ ਸਰਮਨੀ ਕਰਵਾਈ ਸੀ, ਇਹ ਤੁਸੀਂ ਯਾਦ ਰੱਖਣਾ। ਇਹ ਕੁਐਸਚਨ ਬਹੁਤ ਵਾਰ ਆਇਆ ਹੋਇਆ ਕਿ 2 ਵਾਰੀ ਕੋਰੋਨੇਸ਼ਨ ਸਰਮਨੀ ਆਪਣੀ ਕਿਹਨੇ ਕਰਵਾਈ ਸੀ, ਤਾਂ ਔਰੰਗਜ਼ੇਬ ਨੇ ਕਰਵਾਈ ਸੀ, ਠੀਕ ਹੈ ਜੀ। ਤਾਂ ਆਨਸਰ ਨੰਬਰ 2 ਆਊਗਾ ਇਹਦਾ। ਤਾਂ ਇਹ ਤੁਹਾਨੂੰ ਪਤਾ ਵੀ ਹੋਣਾ ਚਾਹੀਦਾ ਕਿ ਕਦੋਂ ਸਭ ਤੋਂ ਪਹਿਲਾਂ ਤਾਂ 1658 ਈਸਵੀ ਦੇ ਵਿੱਚ, ਜਦੋਂ ਇਹਨੇ ਸ਼ਾਹਜਹਾਂ ਨੂੰ ਕੈਦ ਕਰਤਾ ਸੀ, ਕਿਉਂਕਿ ਇਹ ਬੰਦੇ ਦੇ ਅੰਦਰ ਸ਼ੁਰੂ ਤੋਂ ਹੀ ਕਿਉਰਿਓਸਿਟੀ ਸੀ ਕਿ ਮੈਂ ਸੁਲਤਾਨ ਬਣਾ, ਠੀਕ ਹੈ। ਤਾਂ ਇਹਨੇ ਆਪਣੇ ਪਿਤਾ ਜੀ ਨੂੰ ਇਹਨੂੰ ਮਤਲਬ ਸ਼ਾਹਜਹਾਂ ਨੂੰ ਇਹਨੇ ਕੈਦ ਕਰਤਾ ਸੀ। ਇਹ ਕਹਿੰਦਾ ਵੀ ਇਹਨੂੰ ਮਤਲਬ ਇਹਨੂੰ ਕੈਦ ਕਰਤਾ ਅਤੇ ਆਪ ਇਹ ਗੱਦੀ 'ਤੇ ਬੈਠ ਗਿਆ ਧੱਕੇ ਦੇ ਨਾਲ। ਇਸ ਤੋਂ ਬਾਅਦ ਫਿਰ ਮਤਲਬ ਸ਼ਾਹਜਹਾਂ ਨੇ ਜਿਹੜਾ ਇਹਦਾ ਪੁੱਤਰ ਸੀ ਦਾਰਾ ਸ਼ਿਕੋ, ਉਹਨੂੰ ਕੁਛ ਨਾ ਕੁਛ ਮਤਲਬ ਹੱਕ ਦੇ ਰੱਖੇ ਸੀ ਕਿ ਜਿਵੇਂ ਬੀਜਾਪੁਰ, ਗੋਲਕੁੰਡਾ, ਇਹੋ ਜਿਹੇ ਜਿਹੜੇ ਇਲਾਕੇ ਸੀ ਇਹਨਾਂ ਦੀ ਮਤਲਬ ਉਹਨੂੰ ਜਾਗੀਰਦਾਰੀ ਦੇ ਰੱਖੀ ਸੀ। ਤਾਂ ਇਹ ਤੋਂ ਇਹ ਜੈਲਸ ਕਰਦਾ ਸੀ ਦਾਰਾ ਸ਼ਿਕੋ ਤੋਂ। ਤਾਂ 1659 ਈਸਵੀ ਦੇ ਵਿੱਚ ਇਹਨੇ ਦਾਰਾ ਸ਼ਿਕੋ ਨੂੰ ਮਾਰਤਾ ਸੀ, ਆਪਣੇ ਬ੍ਰਦਰ ਨੂੰ। ਇੰਨਾ ਕਰੂਅਲ ਬੰਦਾ ਸੀ ਇਹ, ਠੀਕ ਹੈ ਜੀ। ਤਾਂ ਦਾਰਾ ਸ਼ਿਕੋ ਨੂੰ ਮਾਰ ਕੇ ਇਹ ਗੱਦੀ 'ਤੇ ਬੈਠ ਗਿਆ ਸੀ, ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਤਾਂ ਔਰੰਗਜ਼ੇਬ ਇਹ ਬੰਦਾ ਸੀ। ਅਗਲਾ ਜਿਹੜਾ ਕੁਐਸਚਨ ਹੈ ਇਹ ਹੈ, ਸ਼੍ਰੀਮਦ ਭਾਗਵਤ ਗੀਤਾ ਦਾ ਅਨੁਵਾਦ ਫਾਰਸੀ ਭਾਸ਼ਾ ਵਿੱਚ ਕਿਸ ਨੇ ਕੀਤਾ। ਹੂ ਟਰਾਂਸਲੇਟ ਸ਼੍ਰੀਮਦ ਭਾਗਵਤ ਗੀਤਾ ਇਨਟੂ ਪਰਸੀਅਨ ਲੈਂਗੁਏਜ, ਦਾਰਾ ਸ਼ਿਕੋ, ਔਰੰਗਜ਼ੇਬ, ਸ਼ਾਹਜਹਾਂ ਜਾਂ ਜਹਾਂਗੀਰ। ਤਾਂ ਇੱਥੋਂ ਤੁਸੀਂ ਆਈਡੀਆ ਲਗਾ ਸਕਦੇ ਹੋ ਕਿ ਔਰੰਗਜ਼ੇਬ ਤਾਂ ਇਹਨੂੰ ਕਰ ਹੀ ਨਹੀਂ ਸਕਦਾ, ਠੀਕ ਹੈ ਜੀ। ਔਰੰਗਜ਼ੇਬ ਤਾਂ ਲਿਟਰੇਚਰ ਨਾਲ ਜਾਂ ਇਹ ਚੀਜ਼ਾਂ ਨਾਲ ਇਹਦਾ ਕੋਈ ਵਾਹ ਵਾਸਤਾ ਹੀ ਨਹੀਂ ਸੀ। ਇਹ ਬੰਦਾ ਹੈ ਹੀ ਮਤਲਬ ਇੱਕ ਕਰੂਅਲ ਕੰਮਾਂ ਦੇ ਵਿੱਚ ਰੁੱਝਿਆ ਹੋਇਆ ਸੀ। ਤਾਂ ਇਹਦਾ ਜਿਹੜਾ ਆਨਸਰ ਆਊ, ਆਨਸਰ ਨੰਬਰ 1 ਆਊਗਾ, ਦਾਰਾ ਸ਼ਿਕੋ। ਇਹਦਾ ਜਿਹੜਾ ਬ੍ਰਦਰ ਸੀ ਇਹ ਬੰਦਾ ਚੰਗਾ ਸੀ, ਠੀਕ ਹੈ ਜੀ। ਇਹ ਆਪਣੇ ਗੁਰੂ ਸਾਹਿਬਾਨ ਨਾਲ ਵੀ ਲਿੰਕ ਰੱਖਦਾ ਸੀ ਜਿਹੜਾ ਦਾਰਾ ਸ਼ਿਕੋ ਸੀ, ਠੀਕ ਹੈ। ਤਾਂ ਇਹ ਉਹਨਾਂ ਨੂੰ ਵੀ ਮੰਨਦਾ ਸੀ, ਬਟ ਔਰੰਗਜ਼ੇਬ ਨੂੰ ਇਹ ਚੀਜ਼ ਬਹੁਤ ਜੈਲਸ ਫੀਲ ਹੁੰਦਾ ਸੀ। ਤਾਂ ਦਾਰਾ ਸ਼ਿਕੋ ਨੇ ਸ਼੍ਰੀਮਦ ਭਾਗਵਤ ਗੀਤਾ ਦਾ ਅਨੁਵਾਦ ਕਰਵਾਇਆ ਸੀ ਪਰਸੀਅਨ ਲੈਂਗੁਏਜ ਦੇ ਵਿੱਚ, ਠੀਕ ਹੈ। ਇਹ ਕੁਐਸਚਨ ਬਹੁਤ ਵਾਰ ਪੁੱਛਿਆ ਗਿਆ। ਤਾਂ ਆਨਸਰ ਨੰਬਰ 1 ਆਊਗਾ, ਦਾਰਾ ਸ਼ਿਕੋ। ਅਗਲਾ ਜਿਹੜਾ ਕੁਐਸਚਨ ਹੈ, ਕਿਹੜੇ ਮੁਗਲ ਬਾਦਸ਼ਾਹ ਨੇ ਆਲਮਗੀਰ ਦਾ ਸਿਰਲੇਖ ਸਵੀਕਾਰ ਕੀਤਾ। ਵਿਚ ਮੁਗਲ ਐਂਪਰਰ ਐਕਸੈਪਟ ਦੀ ਟਾਈਟਲ ਆਫ ਆਲਮਗੀਰ, ਅਕਬਰ, ਔਰੰਗਜ਼ੇਬ, ਸ਼ਾਹਜਹਾਂ ਜਾਂ ਜਹਾਂਗੀਰ। ਇਹ ਕੁਐਸਚਨ ਵੀ ਬਹੁਤ ਵਾਰ ਆਇਆ ਹੋਇਆ। ਆਪਾਂ ਇੱਕ ਵੀ ਕੁਐਸਚਨ ਤੁਹਾਡੇ ਅੱਗੇ ਫਾਲਤੂ ਨਹੀਂ ਰੱਖਦੇ ਜਿਹੜਾ ਤੁਹਾਡਾ ਟਾਈਮ ਵੇਸਟ ਕਰਵਾਵੇ, ਠੀਕ ਹੈ ਜੀ। ਹਰ ਇੱਕ ਕੁਐਸਚਨ ਆਪਾਂ ਪੂਰਾ ਸਿਲੈਕਟਡ ਜਿਹਾ ਤੁਹਾਡੇ ਲਈ ਲੈ ਕੇ ਆਉਂਦੇ ਹੁੰਦੇ ਹਾਂ, ਠੀਕ ਹੈ ਜੀ। ਤਾਂ ਸਾਰਾ ਸੈਸ਼ਨ ਆਪਣਾ ਅਟੈਂਡ ਕਰਿਆ ਕਰੋ, ਤੁਹਾਨੂੰ ਬਹੁਤ ਫਾਇਦਾ ਦੇਣਗੀਆਂ ਇਹ ਵੀਡੀਓਜ਼ ਆਉਣ ਵਾਲੇ ਸਾਰੇ ਪੇਪਰਾਂ ਦੇ ਵਿੱਚ ਪੰਜਾਬ ਦੇ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਆਊਗਾ। ਆਲਮਗੀਰ ਕੌਣ ਕਹਿਵਾਇਆ, ਮਤਲਬ ਕਿਹਨੇ ਕਹਿਲਵਾਇਆ ਆਪਣੇ ਆਪ ਨੂੰ, ਔਰੰਗਜ਼ੇਬ ਨੇ, ਠੀਕ ਹੈ ਜੀ। ਤਾਂ ਆਨਸਰ ਨੰਬਰ 2 ਆਊਗਾ। ਅਗਲਾ ਜਿਹੜਾ ਕੁਐਸਚਨ ਹੈ, ਜਜ਼ੀਆ ਕਰ ਗੈਰ ਮੁਸਲਮਾਨ ਲੋਕਾਂ ਉੱਤੇ ਦੁਬਾਰਾ ਕਿਸ ਨੇ ਸ਼ੁਰੂ ਕੀਤਾ। ਹੂ ਸਟਾਰਟ ਦੀ ਜਜ਼ੀਆ ਟੈਕਸ ਅਗੇਨ ਨੌਨ ਮੁਸਲਿਮ ਟੂ ਨੌਨ ਮੁਸਲਿਮ, ਠੀਕ ਹੈ ਜੀ। ਤਾਂ ਜਿਹੜਾ ਇਹ ਜਜ਼ੀਆ ਕਰ ਸੀ, ਇਹ ਮਤਲਬ ਇਹ ਕਰ ਹੀ ਮਤਲਬ ਟੈਕਸ ਹੀ ਇਹੋ ਜਿਹਾ ਸੀ ਜਿਹੜਾ ਨੌਨ ਮੁਸਲਿਮ 'ਤੇ ਲਗਾਇਆ ਜਾਂਦਾ ਸੀ, ਜਿਵੇਂ ਕਿ ਸਿੱਖਾਂ 'ਤੇ ਜਾਂ ਹਿੰਦੂਆਂ 'ਤੇ। ਤਾਂ ਇਹ ਕਹਿ ਰਹੇ ਸੀ ਕਿ ਜੇ ਤੁਸੀਂ ਸਾਡੀ ਸ਼ਰਨ ਦੇ ਵਿੱਚ ਰਹਿਣਾ ਤਾਂ ਅਸੀਂ ਤੁਹਾਡੇ ਰੱਖ ਰਖਾਵ ਲਈ ਸਾਨੂੰ ਤੁਸੀਂ ਟੈਕਸ ਜ਼ਰੂਰ ਪੇ ਕਰਿਓ, ਠੀਕ ਹੈ। ਤਾਂ ਇਹਨੂੰ ਜਜ਼ੀਆ ਕਹਿੰਦੇ ਸੀ। ਤਾਂ ਇਹ ਜਿਹੜਾ ਹਟਾਇਆ ਸੀ ਉਹ ਤਾਂ ਹਟਾਇਆ ਸੀ ਅਕਬਰ ਨੇ। ਅਕਬਰ ਕਿਉਂਕਿ ਦੀ ਗ੍ਰੇਟ ਸੀ, ਅਕਬਰ ਨੂੰ ਗ੍ਰੇਟ ਤਾਂ ਕਿਹਾ ਜਾਂਦਾ, ਠੀਕ ਹੈ ਜੀ। ਤਾਂ ਬਟ ਜਿਹੜਾ ਇਹ ਦੁਬਾਰਾ ਫਿਰ ਇਹਨੇ ਲਾਤਾ ਸੀ, ਇਹ ਲਾਇਆ ਸੀ ਔਰੰਗਜ਼ੇਬ ਨੇ, ਠੀਕ ਹੈ। ਤੁਸੀਂ ਬਸ ਇਹ ਯਾਦ ਰੱਖ ਲਓ ਕਿ ਸਭ ਤੋਂ ਕੱਟੜ ਬੰਦਾ ਐਂਡ 'ਤੇ ਕਿਹੜਾ ਸੀ, ਔਰੰਗਜ਼ੇਬ ਸੀ। ਤਾਂ ਔਰੰਗਜ਼ੇਬ ਨੇ ਇਹ ਦੁਬਾਰਾ ਸ਼ੁਰੂ ਕਰਤਾ ਸੀ, ਠੀਕ ਹੈ ਜੀ। ਅਗਲਾ ਜਿਹੜਾ ਕੁਐਸਚਨ ਹੈ, ਔਰੰਗਜ਼ੇਬ ਦੀ ਕਬਰ ਕਿੱਥੇ ਸਥਿਤ ਹੈ। ਵੇਅਰ ਇਜ਼ ਦੀ ਟੌਂਬ ਆਫ ਔਰੰਗਜ਼ੇਬ, ਦਿੱਲੀ, ਔਰੰਗਾਬਾਦ, ਲਾਹੌਰ ਜਾਂ ਆਗਰਾ, ਠੀਕ ਹੈ ਜੀ। ਤਾਂ ਔਰੰਗਾਬਾਦ ਦੇ ਵਿੱਚ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਆਇਆ, ਠੀਕ ਹੈ। ਤਾਂ ਔਰੰਗਜ਼ੇਬ ਦੀ ਜਿਹੜੀ ਕਬਰ ਹੈ ਉਹ ਔਰੰਗਾਬਾਦ ਦੇ ਵਿੱਚ ਹੈ। ਤਾਂ ਆਨਸਰ ਨੰਬਰ 2। ਜੇ ਤੁਹਾਨੂੰ ਜ਼ਿਆਦਾ ਡੀਪਲੀ ਪੁੱਛਣਗੇ, ਜ਼ਿਆਦਾ ਡਿਟੇਲ ਦੇ ਵਿੱਚ ਪੁੱਛਣਗੇ ਤਾਂ ਖੁਲਦਾਬਾਦ, ਠੀਕ ਹੈ, ਉੱਥੇ ਇੱਕ ਟਾਊਨ ਹੈ ਖੁਲਦਾਬਾਦ, ਉੱਥੇ ਇਹਦੀ ਕਬਰ ਹੈ। ਅਗਲਾ ਜਿਹੜਾ ਕੁਐਸਚਨ ਹੈ, ਔਰੰਗਜ਼ੇਬ ਦੀ ਪਤਨੀ ਦੀ ਕਬਰ ਕਿੱਥੇ ਸਥਿਤ ਹੈ। ਵੇਅਰ ਇਜ਼ ਦੀ ਟੌਂਬ ਆਫ ਔਰੰਗਜ਼ੇਬ ਵਾਈਫ, ਦਿੱਲੀ, ਔਰੰਗਾਬਾਦ, ਲਾਹੌਰ ਜਾਂ ਆਗਰਾ।
ਤਾਂ ਆਨਸਰ ਨੰਬਰ 2 ਆਊਗਾ। ਠੀਕ ਹੈ ਜੀ, ਔਰੰਗਾਬਾਦ ਦੇ ਵਿੱਚ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਆਇਆ, ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਪੜ੍ਹ ਕੇ ਆਏ ਹਾਂ। ਠੀਕ ਹੈ ਜੀ, ਬੀਬੀ ਕਾ ਮਕਬਰਾ ਜਿਹਨੂੰ ਕਿਹਾ ਜਾਂਦਾ ਹੈ, ਬਲੈਕ ਤਾਜ ਮਹਿਲ ਜਾਂ ਡੈਕਨ ਤਾਜ ਮਹਿਲ ਵੀ ਕਿਹਾ ਜਾਂਦਾ ਹੈ, ਆਜ਼ਮ ਸ਼ਾਹ ਨੇ ਬਣਵਾਇਆ ਸੀ, ਇਹਦੇ ਬੇਟੇ ਨੇ, ਔਰੰਗਜ਼ੇਬ ਦੇ ਨੇ। ਬੀਬੀ ਕਾ ਮਕਬਰਾ, ਠੀਕ ਹੈ ਜੀ, ਬਲੈਕ ਤਾਜ ਮਹਿਲ ਵੀ ਕਿਹਾ ਜਾਂਦਾ, ਡੈਕਨ ਤਾਜ ਮਹਿਲ ਵੀ ਇਹਨੂੰ ਕਿਹਾ ਜਾਂਦਾ। ਤਾਂ ਇਹ ਬੀਬੀ ਕਿਹੜੀ ਸੀ ਇਹਦੀ? ਦਿਲਰਾਸ ਬਾਨੋ। ਠੀਕ ਹੈ ਜੀ, ਤਾਂ ਦਿਲਰਾਸ ਬਾਨੋ ਬੇਗਮ, ਦਿਲਰਾਸ ਬਾਨੋ ਬੇਗਮ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਤਾਂ ਬੀਬੀ ਕਾ ਮਕਬਰਾ। ਅਗਲਾ ਜਿਹੜਾ ਕੁਐਸਚਨ ਹੈ, ਕਿਹੜਾ ਮੁਗਲ ਬਾਦਸ਼ਾਹ ਸਭ ਤੋਂ ਜ਼ਿਆਦਾ ਸਮਾਂ ਰਾਜਗੱਦੀ ਉੱਪਰ ਬੈਠਾ ਰਿਹਾ? ਵਿਚ ਮੁਗਲ ਐਂਪਰਰ ਵਾਜ਼ ਮੈਕਸੀਮਮ ਟਾਈਮ ਪੀਰੀਅਡ ਸਿਟ ਔਨ ਹਿਜ਼ ਥਰੋਨ। ਹਾਂ, ਇਹ ਕੁਐਸਚਨ ਤੁਹਾਨੂੰ ਆਉਣਾ ਚਾਹੀਦਾ ਹੈ। ਤਾਂ ਔਰੰਗਜ਼ੇਬ ਹੀ ਇਹ ਬੰਦਾ ਹੈ, ਸਭ ਤੋਂ ਜ਼ਿਆਦਾ ਸਮਾਂ ਇਹ ਬੰਦਾ ਗੱਦੀ 'ਤੇ ਬੈਠਿਆ। ਠੀਕ ਹੈ ਜੀ, ਜਿਹੜੇ ਮਤਲਬ ਇਹ ਤੋਂ ਆਉਣ ਵਾਲੇ ਇਹਦੇ ਸਕਸੈਸਰ ਸੀਗੇ, ਯਾਨੀ ਕਿ ਇਹਦੇ ਬੇਟੇ ਸੀ, ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਬਹਾਦਰ ਸ਼ਾਹ ਜ਼ਫਰ, ਜਿਹਨੂੰ ਆਪਾਂ ਬਹਾਦਰ ਸ਼ਾਹ ਸੈਕਿੰਡ ਕਹਿੰਦੇ ਹਾਂ। ਤਾਂ ਉਹਦੀ ਏਜ ਉਦੋਂ ਕਿੰਨੀ ਸੀ ਜਦੋਂ ਉਹ ਗੱਦੀ 'ਤੇ ਬੈਠਾ? 63 ਸਾਲ ਦੀ ਏਜ ਸੀ ਉਦੋਂ ਉਹਦੀ, ਤੁਸੀਂ ਦੇਖ ਲਓ। ਠੀਕ ਹੈ ਜੀ, ਤਾਂ 63 ਸਾਲ ਦੀ ਏਜ ਦੇ ਵਿੱਚ ਜਿਹੜਾ ਬਹਾਦਰ ਸ਼ਾਹ ਸੈਕਿੰਡ ਸੀ, ਉਹ ਗੱਦੀ 'ਤੇ ਬੈਠਾ ਸੀ, ਤਾਂ ਉਹ ਕੀ ਰਾਜ ਕਰੂਗਾ 63 ਸਾਲ ਦੀ ਏਜ ਦੇ ਵਿੱਚ? ਤਾਂ ਇਹ ਬੰਦੇ ਨੇ ਗੱਦੀ ਵੀ ਨਹੀਂ ਛੱਡੀ, ਔਰੰਗਜ਼ੇਬ ਨੇ। ਠੀਕ ਹੈ ਜੀ, ਤਾਂ ਇਹਦੇ ਬੇਟੇ ਵੀ 63 ਸਾਲ ਦੇ ਹੋ ਕੇ, ਮਤਲਬ ਕਈਆਂ ਦੀ ਡੈਥ ਹੋ ਗਈ, ਅਤੇ ਜਿਹੜੇ ਗੱਦੀ 'ਤੇ ਬੈਠੇ ਉਹ ਵੀਕ ਸੀ। ਉਹ ਓਬਵੀਅਸਲੀ ਵੀਕ ਸੀ, ਕਿਉਂਕਿ ਉਹਨਾਂ ਦੀ ਏਜ ਬਹੁਤ ਜ਼ਿਆਦਾ ਹੋ ਗਈ ਸੀ। ਤਾਂ ਸਭ ਤੋਂ ਜ਼ਿਆਦਾ ਟਾਈਮ ਜਿਹੜਾ ਬੰਦਾ ਗੱਦੀ 'ਤੇ ਬੈਠਾ ਰਿਹਾ ਉਹ ਸੀ ਔਰੰਗਜ਼ੇਬ। ਇਹਨੇ ਗੱਦੀ ਛੱਡੀ ਨਹੀਂ ਛੇਤੀ ਛੇਤੀ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਇਹ ਪੁੱਛਿਆ ਜਾ ਸਕਦਾ ਤੁਹਾਨੂੰ। ਅਗਲਾ ਜਿਹੜਾ ਕੁਐਸਚਨ ਹੈ, ਔਰੰਗਜ਼ੇਬ ਦੀ ਆਤਮ ਕਥਾ ਫਤਵਾ-ਏ-ਆਲਮਗੀਰੀ ਕਿਹੜੀ ਭਾਸ਼ਾ ਵਿੱਚ ਲਿਖੀ ਗਈ? ਫਤਵਾ-ਏ-ਆਲਮਗੀਰੀ ਦੀ ਆਟੋਬਾਇਓਗ੍ਰਾਫੀ ਆਫ ਔਰੰਗਜ਼ੇਬ ਰੋਟ ਇਨ ਵਿਚ ਲੈਂਗੁਏਜ? ਟਰਕਿਸ਼, ਪਰਜ਼ੀਅਨ, ਸੰਸਕ੍ਰਿਤ ਜਾਂ ਇੰਗਲਿਸ਼? ਤਾਂ ਇਹ ਤੁਹਾਨੂੰ ਪਤਾ ਹੀ ਹੈ ਕਿ ਮੁਗਲ ਜਿਹੜਾ ਦਰਬਾਰ ਸੀ ਉਹਦੀ ਲੈਂਗੁਏਜ ਕੀ ਸੀ? ਪਰਜ਼ੀਅਨ। ਠੀਕ ਹੈ ਜੀ, ਤਾਂ ਫਾਰਸੀ ਭਾਸ਼ਾ ਵਿੱਚ ਲਿਖੀ ਗਈ ਇਹਦੀ ਆਟੋਬਾਇਓਗ੍ਰਾਫੀ। ਤਾਂ ਇਹਨੇ ਖੁਦ ਲਿਖੀ ਸੀ, ਆਟੋਬਾਇਓਗ੍ਰਾਫੀ ਹੈ, ਯਾਦ ਰੱਖਿਓ, ਆਤਮ ਕਥਾ ਇਹ। ਅਗਲਾ ਜਿਹੜਾ ਕੁਐਸਚਨ ਹੈ, ਝਰੋਖਾ ਦਰਸ਼ਨ ਅਤੇ ਤੁਲਾਦਾਨ ਪ੍ਰਣਾਲੀ ਦਾ ਖਾਤਮਾ, ਇਹ ਆਪਾਂ ਪੜ੍ਹ ਕੇ ਆਏ ਹਾਂ। ਅਤੇ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2 ਆਊਗਾ, ਔਰੰਗਜ਼ੇਬ। ਤਾਂ ਜਿਹੜੇ ਚੰਗੇ ਕੰਮ ਸੀ ਉਹ ਇਹ ਬੰਦੇ ਨੇ ਬੰਦ ਕਰਵਾਤੇ, ਅਤੇ ਮਾੜੇ ਕੰਮ ਇਹਨੇ ਸਟਾਰਟ ਕਰਵਾਤੇ। ਇਹੋ ਜਿਹਾ ਬੰਦਾ ਸੀ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਅੱਜ ਦੇ ਸੈਸ਼ਨ ਦਾ ਆਪਣਾ ਲਾਸਟ ਕੁਐਸਚਨ ਹੈ, ਔਰੰਗਜ਼ੇਬ ਨੇ ਆਪਣੇ ਭਰਾ ਦਾਰਾ ਸ਼ਿਕੋਹ ਨੂੰ ਕਿਹੜੀ ਲੜਾਈ ਵਿੱਚ ਹਰਾਇਆ? ਇਹ ਤੁਹਾਨੂੰ ਪੁੱਛਿਆ ਜਾ ਸਕਦਾ, ਕਈ ਵਾਰੀ ਪੁੱਛਿਆ ਗਿਆ ਇਹ। ਤਾਂ ਵਿਚ ਬੈਟਲ ਦੈਟ ਔਰੰਗਜ਼ੇਬ ਡਿਫੀਟ ਹਿਜ਼ ਬ੍ਰਦਰ ਦਾਰਾ ਸ਼ਿਕੋਹ। ਤਾਂ ਇਹ ਤਾਂ ਬਹੁਤ ਜੈਲਸ ਕਰਦਾ ਸੀ ਇਹ ਬੰਦਾ, ਕਿਉਂਕਿ ਦਾਰਾ ਸ਼ਿਕੋਹ ਕੁਛ ਨਾ ਕੁਛ ਚੰਗਾ ਬੰਦਾ ਸੀ, ਇਹਦੇ ਨਾਲੋਂ ਬਹੁਤ ਚੰਗਾ ਬੰਦਾ ਸੀ। ਤਾਂ ਗੁਰੂਆਂ ਨਾਲ ਵੀ ਇਹਦੇ ਲਿੰਕ ਸੀਗੇ, ਆਪਣੇ ਗੁਰੂ ਸਾਹਿਬਾਨ ਨਾਲ, ਦਾਰਾ ਸ਼ਿਕੋਹ ਦੇ। ਤਾਂ ਕਰਕੇ ਇਹ ਬੰਦਾ ਜੈਲਸ ਕਰਦਾ ਸੀ। ਤਾਂ ਇਹਦਾ ਜਿਹੜਾ ਫਾਦਰ ਸੀ ਸ਼ਾਹਜਹਾਂ, ਇਹਨੇ ਵੀ ਇਹਨੂੰ ਜ਼ਿਆਦਾ ਹੱਕ ਦੇ ਰੱਖੇ ਸੀ ਦਾਰਾ ਸ਼ਿਕੋਹ ਨੂੰ। ਠੀਕ ਹੈ, ਜ਼ਿਆਦਾ ਇਹਨੂੰ ਮਤਲਬ ਜਿਹੜਾ ਇਲਾਕਾ ਸਮਾਇਆ ਹੋਇਆ ਸੀ ਲੜਾਈਆਂ ਦੇ ਲਈ, ਮਤਲਬ ਉਹਨਾਂ 'ਤੇ ਰਾਜ ਕਰਨ ਦੇ ਲਈ। ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਉਹਨੂੰ ਮਤਲਬ ਉਹਦਾ ਇੱਕ ਜ਼ਿੰਮੇਵਾਰੀ ਦਿੱਤੀ ਹੋਈ ਸੀ ਉਹ ਸਾਰੇ ਇਲਾਕੇ ਦੀ, ਦਾਰਾ ਸ਼ਿਕੋਹ ਨੂੰ। ਠੀਕ ਹੈ ਜੀ, ਤਾਂ ਠੇਠ ਲੈਂਗੁਏਜ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ, ਦੇਸੀ ਭਾਸ਼ਾ ਦੇ ਵਿੱਚ, ਕਿ ਸਮਾਇਆ ਹੋਇਆ ਸੀ ਉਹਨੂੰ। ਠੀਕ ਹੈ, ਜੇ ਆਪਾਂ ਕਿਸੇ ਚੀਜ਼ ਨੂੰ ਸੌਂਪ ਦਿੰਦੇ ਹਾਂ, ਸੌਂਪਿਆ ਹੋਇਆ ਸੀ। ਠੀਕ ਹੈ, ਉਹਨੂੰ ਜ਼ਿੰਮੇਵਾਰੀ ਦਿੱਤੀ ਹੋਈ ਸੀ। ਤਾਂ ਕਰਕੇ ਔਰੰਗਜ਼ੇਬ ਉਹਦੇ ਬਹੁਤ ਇਹਦੇ ਜੈਲਸ ਫੀਲ ਕਰਦਾ ਸੀ। ਤਾਂ ਇਹ ਕਿਹੜੀ ਲੜਾਈ ਸੀ? ਤਾਂ ਇਹ ਧਰਮਤ ਦੀ ਲੜਾਈ ਸੀ, ਧਰਮਤ। ਠੀਕ ਹੈ, ਧਰਮਤ ਇਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ। ਤਾਂ ਇਹ ਲੜਾਈ ਦੇ ਵਿੱਚ ਦਾਰਾ ਸ਼ਿਕੋਹ ਨੂੰ ਹਰਾਤਾ ਸੀ ਔਰੰਗਜ਼ੇਬ ਨੇ। ਠੀਕ ਹੈ ਜੀ, ਮਾਰਤਾ ਸੀ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 2, 1658। ਠੀਕ ਹੈ, 1658 ਇਹਦੇ ਵਿੱਚ ਹਰਾਇਆ ਸੀ, ਮਤਲਬ ਮਾਰਿਆ ਸੀਗਾ 1659 ਦੇ ਵਿੱਚ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਤਾਂ ਅੱਜ ਦਾ ਜਿਹੜਾ ਸੈਸ਼ਨ ਆ ਉਹ ਆਪਾਂ ਇੱਥੇ ਹੀ ਕੰਪਲੀਟ ਹੋ ਗਿਆ ਆਪਣਾ। ਤਾਂ ਵੀਡੀਓ ਨੂੰ 2-3 ਵਾਰ ਜ਼ਰੂਰ ਦੇਖ ਲਿਓ, ਇਹਨੂੰ ਰਿਵਾਈਜ਼ ਜ਼ਰੂਰ ਕਰ ਲਿਓ, ਬਹੁਤ ਇੰਪੋਰਟੈਂਟ ਵੀਡੀਓ ਹੈ ਤੁਹਾਡੇ ਲਈ। ਠੀਕ ਹੈ ਜੀ, ਤਾਂ ਮੀਡੀਵਲ ਹਿਸਟਰੀ ਦੀਆਂ, ਮਾਡਰਨ ਹਿਸਟਰੀ, ਜੋਗਰਾਫੀ, ਜਿੰਨੇ ਵੀ ਆਪਣੇ ਸੈਸ਼ਨ ਅਪਲੋਡ ਹੋਏ ਨੇ, ਇੱਕ ਇੱਕ ਵੀਡੀਓ ਤੁਹਾਡੇ ਲਈ ਬਹੁਤ ਕੀਮਤੀ ਹੈ ਆਉਣ ਵਾਲੇ ਸਾਰੇ ਪੇਪਰਾਂ ਦੇ ਲਈ। ਤਾਂ ਸਾਰੀਆਂ ਵੀਡੀਓ ਆਪਣੀਆਂ ਇੱਕ ਇੱਕ ਕਰਕੇ ਜ਼ਰੂਰ ਅਟੈਂਡ ਕਰਿਓ, ਤੁਹਾਨੂੰ ਬਹੁਤ ਫਾਇਦਾ ਦੇਣਗੀਆਂ ਆਉਣ ਵਾਲੇ ਪੇਪਰ ਦੇ ਵਿੱਚ। ਠੀਕ ਹੈ ਜੀ, ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਾ ਕਰੋ। ਲਾਈਕ ਕਰਨ ਦੇ ਨਾਲ ਸਾਨੂੰ ਐਪਰੀਸੀਏਸ਼ਨ ਮਿਲਦੀ ਹੈ ਅਤੇ ਕੰਮ ਕਰਨ ਦਾ ਹੌਸਲਾ ਮਿਲਦਾ। ਠੀਕ ਹੈ ਜੀ, ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਤਾਂ ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।